ਜੋ ਕੁਝ ਕਰਨਾ ਅੱਜ ਹੀ ਕਰ ਲੈ, ਗਿਆ ਸਮਾਂ ਹੱਥ ਆਵੇ ਨਾ। ਅੱਜ ਸਮਾਂ ਜੋ ਹੱਥ ਵਿੱਚ ਤੇਰੇ, ਤੂੰ ਕਿਉਂ ਉਸ ਦਾ ਲਾਭ ਉਠਾਵੇਂ ਨਾ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਲੈ ਕੇ ਆਇਆ ਹਾਂ ਤੁਹਾਡੇ ਵਾਸਤੇ ਅੱਜ ਇੱਕ ਬਹੁਤ ਹੀ ਇੰਟਰਸਟਿੰਗ ਸਟੋਰੀ। ਇਸ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਸਟਰੋਂਗ ਮੈਸੇਜ ਵੀ ਜ਼ਰੂਰ ਮਿਲੇਗਾ। ਸੋ ਸ਼ੁਰੂ ਕਰਦੇ ਹਾਂ। ਮਹਾਤਮਾ ਬੁੱਧ ਆਪਣੇ ਸ਼ਿਸ਼ਿਆਂ ਨੂੰ ਇੱਕ ਲੱਕੜਹਾਰੇ ਦੀ ਕਹਾਣੀ ਸੁਣਾਉਂਦੇ ਹਨ। ਇੱਕ ਦਿਨ ਇੱਕ ਰਾਜਾ ਜੰਗਲ ਵਿੱਚ ਸ਼ਿਕਾਰ ਖੇਡਣ ਦੇ ਲਈ ਜਾਂਦਾ ਹੈ ਤੇ ਉਹ ਰਸਤਾ ਭੁੱਲ ਜਾਂਦਾ ਹੈ। ਉਹ ਬਹੁਤ ਦੇਰ ਤੱਕ ਰਸਤਾ ਖੋਜਦਾ ਹੈ ਪਰ ਉਸ ਨੂੰ ਰਸਤਾ ਨਹੀਂ ਮਿਲਦਾ। ਗਰਮੀ ਦਾ ਮੌਸਮ ਸੀ ਤੇ ਖੜ ਦੁਪਹਿਰਾ ਸੀ। ਉਹ ਬਹੁਤ ਥੱਕ ਚੁੱਕਿਆ ਹੁੰਦਾ ਹੈ। ਭੁੱਖ ਪਿਆਸ ਦੇ ਮਾਰੇ ਉਸ ਦਾ ਬੁਰਾ ਹਾਲ ਹੋ ਜਾਂਦਾ ਹੈ। ਫਿਰ ਉਸ ਦੀ ਨਜ਼ਰ ਇੱਕ ਲੱਕੜਹਾਰੇ ਤੇ ਪੈਂਦੀ ਹੈ ਜੋ ਜੰਗਲ ਵਿੱਚੋਂ ਲੱਕੜਾਂ ਕੱਟ ਰਿਹਾ ਹੁੰਦਾ ਹੈ। ਤਾਂ ਉਹ ਲੱਕੜਹਾਰੇ ਦੇ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ ਤੇ ਪਿਆਸ ਵੀ। ਤੇਰੇ ਕੋਲ ਕੁਝ ਖਾਣ ਦੇ ਲਈ ਹੈ? ਤਾਂ ਲੱਕੜਹਾਰਾ ਕਹਿੰਦਾ ਹੈ, ਹਾਂਜੀ ਹੈ। ਤੁਸੀਂ ਇੱਥੇ ਠਹਿਰੋ, ਇੱਥੇ ਕੋਲ ਹੀ ਇੱਕ ਖੂਹੀ ਹੈ। ਮੈਂ ਤੁਹਾਡੇ ਲਈ ਉੱਥੋਂ ਪੀਣ ਵਾਸਤੇ ਪਾਣੀ ਲੈ ਕੇ ਆਉਂਦਾ ਹਾਂ। ਤੁਸੀਂ ਉਹਨਾਂ ਚਿਰ ਇਹ ਰੋਟੀ ਖਾਓ। ਲੱਕੜਹਾਰੇ ਨੇ ਆਪਣੀ ਪੋਟਲੀ ਵਿੱਚੋਂ ਕੱਢ ਕੇ ਰਾਜੇ ਨੂੰ 2 ਰੋਟੀਆਂ ਤੇ ਕੁਝ ਸਬਜ਼ੀ ਦਿੱਤੀ। ਰਾਜੇ ਨੇ ਲੱਕੜਹਾਰੇ ਦੀ ਰੋਟੀ ਤੇ ਸਬਜ਼ੀ ਖਾਧੀ ਤੇ ਉਹਦਾ ਲਿਆਂਦਾ ਹੋਇਆ ਪਾਣੀ ਪੀਤਾ ਤੇ ਫਿਰ ਸ਼ਾਂਤ ਹੋ ਕੇ ਬੋਲਿਆ, ਮੈਂ ਇੱਥੇ ਇੱਕ ਪਾਸ ਦੇ ਰਾਜ ਦਾ ਰਾਜਾ ਹਾਂ। ਸ਼ਿਕਾਰ ਖੇਡਣ ਦੇ ਲਈ ਆਇਆ ਸੀ ਤੇ ਰਸਤਾ ਭੁੱਲ ਗਿਆ। ਕੀ ਤੈਨੂੰ ਰਸਤਾ ਪਤਾ ਹੈ? ਤਾਂ ਲੱਕੜਹਾਰਾ ਰਾਜੇ ਨੂੰ ਰਸਤਾ ਦੱਸ ਦਿੰਦਾ ਹੈ ਤੇ ਫਿਰ ਰਾਜਾ ਲੱਕੜਹਾਰੇ ਨੂੰ ਕਹਿੰਦਾ ਹੈ ਕਿ ਤੂੰ ਮੇਰੀ ਮੁਸੀਬਤ ਸਮੇਂ ਮਦਦ ਕੀਤੀ ਹੈ। ਜੇਕਰ ਤੈਨੂੰ ਕਦੇ ਮੇਰੀ ਜ਼ਰੂਰਤ ਪਵੇ ਤਾਂ ਮੇਰੇ ਕੋਲ ਜ਼ਰੂਰ ਆਵੀਂ, ਮੈਂ ਤੇਰੀ ਸਹਾਇਤਾ ਜ਼ਰੂਰ ਕਰਾਂਗਾ। ਇਹ ਕਹਿ ਕੇ ਰਾਜਾ ਰਾਜ ਮਹਿਲ ਵਿੱਚ ਚਲਾ ਜਾਂਦਾ ਹੈ। ਕੁਝ ਸਮਾਂ ਇਸੇ ਤਰ੍ਹਾਂ ਹੀ ਗੁਜ਼ਰ ਜਾਂਦਾ ਹੈ। ਹੌਲੀ ਹੌਲੀ ਜੰਗਲ ਦੇ ਸਾਰੇ ਦਰਖਤ ਸਮਾਪਤ ਹੋ ਜਾਂਦੇ ਹਨ ਕਿਉਂਕਿ ਲੱਕੜਹਾਰਾ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਉਹਨਾਂ ਦੇ ਕੋਲੇ ਬਣਾ ਕੇ ਬਾਜ਼ਾਰ ਵਿੱਚ ਵੇਚਿਆ ਕਰਦਾ ਸੀ। ਹੁਣ ਲੱਕੜਹਾਰਾ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗਾ ਕਿ ਉਹ ਆਪਣੇ ਜੀਵਨ ਦਾ ਨਿਰਵਾਹ ਕਿਸ ਤਰ੍ਹਾਂ ਕਰੇਗਾ। ਫਿਰ ਉਸ ਨੂੰ ਰਾਜੇ ਦਾ ਖਿਆਲ ਆਉਂਦਾ ਹੈ ਕਿ ਉਸਨੇ ਮੁਸੀਬਤ ਸਮੇਂ ਰਾਜੇ ਦੀ ਮਦਦ ਕੀਤੀ ਸੀ ਤੇ ਰਾਜੇ ਨੇ ਵੀ ਉਸ ਨੂੰ ਮੁਸੀਬਤ ਸਮੇਂ ਸਹਾਇਤਾ ਕਰਨ ਦਾ ਵਚਨ ਦਿੱਤਾ ਸੀ। ਇਹ ਸੋਚ ਕੇ ਉਹ ਰਾਜ ਮਹਿਲ ਵੱਲ ਨੂੰ ਚੱਲ ਪੈਂਦਾ ਹੈ ਤੇ ਰਾਜੇ ਦੇ ਸਿਪਾਹੀਆਂ ਨੂੰ ਜਾ ਕੇ ਆਪਣੇ ਬਾਰੇ ਦੱਸਦਾ ਹੈ ਤੇ ਸਿਪਾਹੀ ਲੱਕੜਹਾਰੇ ਦੀ ਗੱਲ ਰਾਜੇ ਤੱਕ ਪਹੁੰਚਾਉਂਦੇ ਹਨ। ਤਾਂ ਰਾਜੇ ਨੂੰ ਉਸ ਲੱਕੜਹਾਰੇ ਬਾਰੇ ਯਾਦ ਆਉਂਦਾ ਹੈ ਕਿ ਉਸਨੇ ਇੱਕ ਲੱਕੜਹਾਰੇ ਨੂੰ ਸਹਾਇਤਾ ਕਰਨ ਦਾ ਵਚਨ ਦਿੱਤਾ ਸੀ ਕਿਉਂਕਿ ਉਸਨੇ ਉਸ ਦੀ ਜਾਨ ਬਚਾਈ ਸੀ। ਉਸਨੇ ਆਪਣੇ ਸੈਨਿਕਾਂ ਨੂੰ ਲੱਕੜਹਾਰੇ ਨੂੰ ਆਪਣੇ ਕੋਲ ਲਿਆਉਣ ਦਾ ਹੁਕਮ ਦਿੱਤਾ। ਸਿਪਾਹੀ ਲੱਕੜਹਾਰੇ ਨੂੰ ਰਾਜੇ ਦੇ ਕੋਲ ਲੈ ਕੇ ਆਉਂਦੇ ਹਨ। ਤਾਂ ਰਾਜਾ ਲੱਕੜਹਾਰੇ ਨੂੰ ਪੁੱਛਦਾ ਹੈ, ਕਿਉਂ ਵੀ ਲੱਕੜਹਾਰੇ, ਕੀ ਗੱਲ ਹੈ, ਇੰਨਾ ਉਦਾਸ ਕਿਉਂ ਹੈ? ਤਾਂ ਲੱਕੜਹਾਰਾ ਰਾਜੇ ਦੇ ਪੈਰਾਂ ਵਿੱਚ ਡਿੱਗ ਪੈਂਦਾ ਹੈ ਤੇ ਕਹਿੰਦਾ ਹੈ ਕਿ ਮਹਾਰਾਜ, ਜਿਸ ਜੰਗਲ 'ਚੋਂ ਮੈਂ ਲੱਕੜਾਂ ਕੱਟ ਕੇ ਵੇਚਦਾ ਸੀ ਉਹ ਸਮਾਪਤ ਹੋ ਗਿਆ ਹੈ। ਹੁਣ ਉੱਥੇ ਇੱਕ ਵੀ ਦਰਖਤ ਨਹੀਂ ਬਚਿਆ। ਹੁਣ ਮੇਰੇ ਕੋਲ ਜ਼ਿੰਦਗੀ ਨੂੰ ਅੱਗੇ ਵਧਾਉਣ ਦਾ ਕੋਈ ਹੋਰ ਸਾਧਨ ਨਹੀਂ ਹੈ। ਇਸ ਲਈ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਤੁਹਾਡੇ ਰਾਜ ਵਿੱਚ ਤਾਂ ਬਹੁਤ ਸਾਰੇ ਜੰਗਲ ਹਨ। ਜੇਕਰ ਉਹਨਾਂ ਵਿੱਚੋਂ ਇੱਕ ਛੋਟਾ ਜਿਹਾ ਜੰਗਲ ਮਿਲ ਜਾਵੇ ਤਾਂ ਮੈਂ ਭੁੱਖਾ ਮਰਨ ਤੋਂ ਬਚ ਜਾਵਾਂਗਾ। ਰਾਜੇ ਨੇ ਕਿਹਾ ਕਿ ਤੇਰੀ ਸਮੱਸਿਆ ਦਾ ਹੱਲ ਜ਼ਰੂਰ ਕੀਤਾ ਜਾਵੇਗਾ। ਉਹਦੇ ਚਲੇ ਜਾਣ ਤੋਂ ਬਾਅਦ ਰਾਜੇ ਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ ਕਿ ਇਸ ਲੱਕੜਹਾਰੇ ਨੂੰ ਕੀ ਦਿੱਤਾ ਜਾਵੇ। ਸਲਾਹ ਕਰਨ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਸ਼ਹਿਰ ਦੇ ਦੱਖਣ ਵਿੱਚ ਰਾਜੇ ਦਾ ਇੱਕ ਚੰਦਨ ਦੇ ਦਰਖਤਾਂ ਦਾ ਜੰਗਲ ਹੈ, ਉਹ ਲੱਕੜਹਾਰੇ ਨੂੰ ਦੇ ਦਿੱਤਾ ਜਾਵੇ। ਫਿਰ ਰਾਜੇ ਨੇ ਲੱਕੜਹਾਰੇ ਦੇ ਨਾਮ ਉਹ ਚੰਦਨ ਦਾ ਜੰਗਲ ਕਰ ਦਿੱਤਾ। ਸਿਪਾਹੀਆਂ ਦੁਆਰਾ ਉਸ ਲੱਕੜਹਾਰੇ ਨੂੰ ਇਹ ਸੂਚਨਾ ਪਹੁੰਚਾ ਦਿੱਤੀ ਗਈ ਕਿ ਅੱਜ ਤੋਂ ਇਹ ਜੰਗਲ ਤੇਰਾ ਹੈ। ਫਿਰ ਇੱਕ ਦਿਨ ਰਾਜਾ ਆਪਣੇ ਮਹਿਲ ਵਿੱਚ ਬੈਠਾ ਹੁੰਦਾ ਹੈ। ਉਸ ਨੂੰ ਅਚਾਨਕ ਹੀ ਉਸ ਲੱਕੜਹਾਰੇ ਦਾ ਖਿਆਲ ਆਉਂਦਾ ਹੈ ਕਿ ਹੁਣ ਤਾਂ ਉਹ ਲੱਕੜਹਾਰਾ ਬਹੁਤ ਅਮੀਰ ਆਦਮੀ ਬਣ ਗਿਆ ਹੋਵੇਗਾ। ਉਸਨੇ ਬਹੁਤ ਵੱਡੇ ਵੱਡੇ ਭਵਨ ਤੇ ਮਹਿਲ ਬਣਾ ਲਏ ਹੋਣਗੇ। ਇਸ ਲਈ ਚੱਲ ਕੇ ਉਸ ਨੂੰ ਇੱਕ ਵਾਰ ਦੇਖਣਾ ਜ਼ਰੂਰ ਚਾਹੀਦਾ ਹੈ। ਰਾਜਾ ਆਪਣੇ ਸਿਪਾਹੀਆਂ ਦੇ ਨਾਲ ਉਸ ਜੰਗਲ ਵੱਲ ਨੂੰ ਚੱਲ ਪੈਂਦਾ ਹੈ ਪਰ ਉੱਥੇ ਜਾ ਕੇ ਕੀ ਦੇਖਦਾ ਹੈ ਕਿ ਉੱਥੇ ਕੋਈ ਜੰਗਲ ਨਹੀਂ ਹੈ। ਜੰਗਲ ਵਿੱਚ ਕੋਈ ਵੀ ਚੰਦਨ ਦਾ ਦਰਖਤ ਨਹੀਂ ਹੈ। ਰਾਜਾ ਘਬਰਾ ਕੇ ਆਪਣੇ ਸਿਪਾਹੀਆਂ ਨੂੰ ਪੁੱਛਦਾ ਹੈ ਕਿ ਉਹ ਜੰਗਲ ਕਿੱਥੇ ਹੈ ਜੋ ਲੱਕੜਹਾਰੇ ਨੂੰ ਦਿੱਤਾ ਸੀ? ਕਿਤੇ ਤੁਸੀਂ ਮੈਨੂੰ ਗਲਤ ਜਗ੍ਹਾ ਤੇ ਤਾਂ ਨਹੀਂ ਲੈ ਆਏ? ਸਿਪਾਹੀ ਨਕਸ਼ਾ ਦੇਖਦੇ ਹਨ ਤੇ ਕਹਿੰਦੇ ਹਨ ਕਿ ਨਹੀਂ ਮਹਾਰਾਜ, ਜੰਗਲ ਤਾਂ ਇਸੇ ਹੀ ਜਗ੍ਹਾ ਤੇ ਸੀ। ਤੇ ਫਿਰ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਪੁੱਛਿਆ ਕਿ ਏਡਾ ਵੱਡਾ ਚੰਦਨ ਦਾ ਜੰਗਲ ਗਿਆ ਤਾਂ ਗਿਆ ਕਿੱਥੇ? ਫਿਰ ਬਹੁਤ ਖੋਜ ਕਰਨ ਤੋਂ ਬਾਅਦ ਕੁਝ ਦੂਰੀ ਤੇ ਚੰਦਨ ਦੇ ਦਰਖਤ ਦਿਖਾਈ ਦਿੰਦੇ ਹਨ ਤੇ ਉਹਨਾਂ ਵਿੱਚ ਬੈਠਾ ਉਹ ਲੱਕੜਹਾਰਾ ਵੀ ਦਿਖਾਈ ਦਿੰਦਾ ਹੈ ਜੋ ਨਿਰਾਸ਼, ਵਿਚਾਰਬੰਦ ਤੇ ਹਾਰਿਆ ਹੋਇਆ ਬੈਠਾ ਸੀ। ਰਾਜੇ ਨੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਤੂੰ ਇੰਨੀ ਚਿੰਤਾ ਵਿੱਚ ਕਿਉਂ ਬੈਠਾ ਹੈ? ਤਾਂ ਲੱਕੜਹਾਰਾ ਰਾਜੇ ਨੂੰ ਪ੍ਰਣਾਮ ਕਰਦਾ ਹੋਇਆ ਬੋਲਿਆ ਕਿ ਹੇ ਅੰਨਦਾਤਾ, ਤੁਹਾਡੀ ਕਿਰਪਾ ਨਾਲ ਇੰਨੇ ਸਾਲ ਬੀਤ ਗਏ ਹਨ ਪਰ ਹੁਣ ਇਹ ਕੁਝ ਹੀ ਦਰਖਤ ਬਚੇ ਹਨ। ਥੋੜੇ ਦਿਨਾਂ ਵਿੱਚ ਇਹ ਵੀ ਸਮਾਪਤ ਹੋ ਜਾਣਗੇ। ਮੈਂ ਸੋਚਦਾ ਹਾਂ ਇਸ ਤੋਂ ਬਾਅਦ ਮੈਂ ਕੀ ਕਰਾਂਗਾ। ਰਾਜੇ ਨੇ ਕਿਹਾ, ਦਰਖਤ ਤਾਂ ਥੋੜੇ ਜਿਹੇ ਰਹਿ ਗਏ ਹਨ, ਤੂੰ ਬਾਕੀ ਦਰਖਤਾਂ ਦਾ ਕੀ ਕੀਤਾ ਹੈ? ਤਾਂ ਲੱਕੜਹਾਰਾ ਬੋਲਿਆ ਕਿ ਮੈਂ ਰੋਜ਼ ਦਰਖਤ ਕੱਟਦਾ ਹਾਂ, ਉਹਨਾਂ ਦਾ ਕੋਲਾ ਬਣਾ ਕੇ ਉਸ ਨੂੰ ਬਾਜ਼ਾਰ ਵਿੱਚ ਵੇਚ ਆਉਂਦਾ ਹਾਂ। ਲੱਕੜਹਾਰੇ ਦੇ ਮੂੰਹ ਇਹ ਗੱਲ ਸੁਣ ਕੇ ਰਾਜਾ ਬੋਲਿਆ, ਹੇ ਮੂਰਖ, ਤੂੰ ਇਹ ਕੀ ਕੀਤਾ ਹੈ? ਇਹ ਚੰਦਨ ਦੀ ਲੱਕੜੀ ਹੈ, ਇਸ ਨੂੰ ਜਲਾ ਕੇ ਤੂੰ ਕੋਲਾ ਬਣਾ ਦਿੱਤਾ। ਤਾਂ ਲੱਕੜਹਾਰਾ ਬੋਲਿਆ, ਇਹ ਚੰਦਨ ਕੀ ਹੁੰਦਾ ਹੈ? ਤਾਂ ਰਾਜਾ ਬੋਲਿਆ, ਕਾਸ਼ ਤੈਨੂੰ ਇਸ ਦੇ ਬਾਰੇ ਪਤਾ ਹੁੰਦਾ। ਤਾਂ ਰਾਜਾ ਬੋਲਿਆ, ਹੁਣ ਤੂੰ 2-3 ਗਿੱਟ ਦੀ ਲੱਕੜੀ ਕੱਟ ਤੇ ਇਸ ਨੂੰ ਬਾਜ਼ਾਰ ਵਿੱਚ ਵੇਚ ਕੇ ਆ। ਯਾਦ ਰੱਖੀ, ਤੂੰ ਇਸ ਦਾ ਕੋਲਾ ਨਹੀਂ ਬਣਾਉਣਾ ਹੈ, ਫਿਰ ਤੈਨੂੰ ਇਸ ਦੀ ਕੀਮਤ ਪਤਾ ਲੱਗੇਗੀ। ਤਾਂ ਲੱਕੜਹਾਰਾ ਉਸੇ ਤਰ੍ਹਾਂ ਹੀ ਕਰਦਾ ਹੈ, 2-3 ਗਿੱਟ ਦੀ ਲੱਕੜੀ ਕੱਟਦਾ ਹੈ
ਤੇ ਉਸ ਨੂੰ ਲੈ ਕੇ ਇੱਕ ਦੁਕਾਨਦਾਰ ਦੇ ਕੋਲ ਵੇਚਣ ਦੇ ਲਈ ਚਲਾ ਜਾਂਦਾ ਹੈ। ਦੁਕਾਨਦਾਰ ਦੇਖਦਾ ਹੈ ਕਿ ਲੱਕੜੀ ਤਾਂ ਅਸਲੀ ਚੰਦਨ ਦੀ ਹੈ ਪਰ ਲੱਕੜਹਾਰਾ ਇੱਕਦਮ ਗਵਾਰ ਲੱਗ ਰਿਹਾ ਹੈ, ਤਾਂ ਉਹ ਉਸ ਨੂੰ ਪੁੱਛਦਾ ਹੈ ਕੀ ਲਵੇਂਗਾ ਇਸ ਦਾ। ਤਾਂ ਲੱਕੜਹਾਰਾ ਪੁੱਛਦਾ ਹੈ ਤੂੰ ਕੀ ਦੇਵੇਂਗਾ ਇਸ ਦਾ। ਦੁਕਾਨਦਾਰ ਬੋਲਿਆ 1 ਰੁਪਈਆ। ਲੱਕੜਹਾਰਾ ਬੁਖਲਾ ਕੇ ਬੋਲਿਆ 1 ਰੁਪਈਆ, ਉਹਦਾ ਮਤਲਬ ਸੀ ਇੱਕ ਛੋਟੀ ਜਿਹੀ ਲੱਕੜੀ ਦਾ 1 ਰੁਪਈਆ। ਦੁਕਾਨਦਾਰ ਸਮਝ ਗਿਆ ਕਿ ਇਹ ਜਾਣਦਾ ਹੈ ਕਿ ਲੱਕੜ ਕੀਮਤੀ ਹੈ। ਉਸਨੇ ਕਿਹਾ 2 ਰੁਪਏ। ਲੱਕੜਹਾਰਾ ਬੋਲਿਆ 2 ਰੁਪਏ। ਦੁਕਾਨਦਾਰ ਘਬਰਾ ਕੇ ਬੋਲਿਆ ਅੱਛਾ ਠੀਕ ਹੈ 4 ਰੁਪਏ। ਲੱਕੜਹਾਰਾ ਚਿल्ला ਕੇ ਬੋਲਿਆ 4 ਰੁਪਏ। ਥੋੜੀ ਹੀ ਦੂਰੀ ਤੇ ਇੱਕ ਲੱਕੜਹਾਰਾ ਹੋਰ ਖੜਾ ਸੀ। ਉਸਨੇ ਲੱਕੜਹਾਰੇ ਨੂੰ ਬੁਲਾ ਕੇ ਕਿਹਾ ਕਿ ਇਹ ਦੁਕਾਨਦਾਰ ਤੇਰੀ ਕੀਮਤੀ ਲੱਕੜ ਨੂੰ ਕੌਡੀਆਂ ਦੇ ਭਾਅ ਖਰੀਦ ਰਿਹਾ ਹੈ, ਤੂੰ ਮੇਰੇ ਕੋਲ ਆ, ਮੈਂ ਤੈਨੂੰ ਇਸ ਲੱਕੜ ਦੇ 10 ਰੁਪਏ ਦੇਵਾਂਗਾ। ਜਦੋਂ ਲੱਕੜਹਾਰੇ ਨੇ 10 ਰੁਪਏ ਰੇਟ ਸੁਣਿਆ ਤਾਂ ਉਹ ਸਿਰ ਫੜ ਕੇ ਬਹਿ ਗਿਆ ਤੇ ਚੀਕ ਉੱਠਿਆ ਤੇ ਫਿਰ ਆਪਣੇ ਗੋਡਿਆਂ ਵਿੱਚ ਸਿਰ ਰੱਖ ਕੇ ਰੋਂਦਾ ਹੋਇਆ ਬੋਲਿਆ ਕਿ ਹੁਣ ਉਸ ਨੂੰ ਪਤਾ ਲੱਗਾ ਹੈ ਕਿ ਜਿਸ ਲੱਕੜ ਦਾ ਉਸਨੇ ਕੋਲਾ ਬਣਾ ਕੇ ਸਾਰਾ ਜੰਗਲ ਖਾਲੀ ਕਰ ਦਿੱਤਾ ਉਹ ਕਿੰਨੀ ਅਨਮੋਲ ਸੀ। ਉਸਨੇ ਕਿੱਡੀ ਵੱਡੀ ਸੰਪਤੀ ਦਾ ਆਪਣੇ ਹੱਥੀਂ ਨਾਸ਼ ਕਰ ਲਿਆ ਹੈ। ਫਿਰ ਕਹਾਣੀ ਨੂੰ ਖਤਮ ਕਰਦੇ ਹੋਏ ਮਹਾਤਮਾ ਬੁੱਧ ਜੀ ਨੇ ਆਪਣੇ ਸ਼ਿਸ਼ਿਆਂ ਨੂੰ ਕਿਹਾ ਕਿ ਤੁਹਾਨੂੰ ਉਸ ਲੱਕੜਹਾਰੇ ਤੇ ਦਇਆ ਆ ਰਹੀ ਹੋਵੇਗੀ, ਪਰ ਅਸੀਂ ਵੀ ਉਸ ਲੱਕੜਹਾਰੇ ਦੀ ਤਰ੍ਹਾਂ ਹੀ ਹਾਂ। ਰਾਜਿਆਂ ਦੇ ਰਾਜੇ ਉਸ ਪਰਮਪਿਤਾ ਪਰਮੇਸ਼ਵਰ ਨੇ ਸਾਨੂੰ ਪਤਾ ਨਹੀਂ ਕਿਸ ਗੱਲ ਤੋਂ ਪ੍ਰਸੰਨ ਹੋ ਕੇ ਇਹ ਸਾਹਾਂ ਭਰੀ ਦੇ ਚੰਦਨ ਜਹੀ ਜ਼ਿੰਦਗੀ ਦਿੱਤੀ ਹੈ, ਪਰ ਅਸੀਂ ਆਪਣੀ ਗਲਤ ਵਾਸਨਾ, ਘ੍ਰਿਣਾ, ਕਾਮ, ਕ੍ਰੋਧ, ਲੋਭ, ਮੋਹ ਦੀ ਅਗਨੀ ਵਿੱਚ ਇਸ ਨੂੰ ਜਲਾ ਕੇ ਰਾਖ ਕਰ ਲਿਆ ਹੈ, ਜੋ ਕਿ ਅਨਮੋਲ ਹੈ। ਸਾਹਾਂ ਦਾ ਇਹ ਚੰਦਨ ਦੇ ਦਰਖਤਾਂ ਨਾਲ ਭਰਿਆ ਹੋਇਆ ਜੰਗਲ, ਜਿਸ ਨੂੰ ਅਸੀਂ ਆਪਣੇ ਹੰਕਾਰ ਦੀ ਅਗਨੀ ਵਿੱਚ ਜਲਾ ਕੇ ਕੋਲਾ ਬਣਾ ਦਿੱਤਾ ਹੈ। ਪਰ ਜੋ ਹੋਣਾ ਸੀ ਉਹ ਹੋ ਗਿਆ, ਹੁਣ ਉਸ ਨੂੰ ਤਾਂ ਨਹੀਂ ਬਦਲਿਆ ਜਾ ਸਕਦਾ। ਪਰ ਜੋ ਹੁਣ ਥੋੜ੍ਹੇ ਜਿਹੇ ਚੰਦਨ ਦੇ ਦਰਖਤ ਬਚੇ ਹਨ, ਯਾਨੀ ਜੋ ਜ਼ਿੰਦਗੀ ਬਚੀ ਹੈ, ਉਸ ਨੂੰ ਅਸੀਂ ਸਹੀ ਦਿਸ਼ਾ ਵਿੱਚ ਲੈ ਕੇ ਜਾਈਏ ਤੇ ਜੀਵਨ ਨੂੰ ਸਫਲ ਬਣਾਈਏ, ਆਪਣੀ ਜ਼ਿੰਦਗੀ ਦੀਆਂ ਰਾਹਾਂ ਨੂੰ ਰੁਸ਼ਨਾਈਏ ਤੇ ਸਮੇਂ ਦੀ ਸਹੀ ਵਰਤੋਂ ਕਰਕੇ ਆਪਣੀਆਂ ਮੰਜ਼ਿਲਾਂ ਨੂੰ ਹਾਸਲ ਕਰੀਏ ਤੇ ਹੰਕਾਰ, ਦੂਈ, ਦਵੈਸ਼ ਨੂੰ ਛੱਡ ਕੇ ਪਰਮਾਤਮਾ ਦੇ ਰਾਹ ਤੇ ਚੱਲੀਏ। ਸੋ ਦੋਸਤੋ, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।